ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਮਾਲਾ ਮਨ ਕੇ ਭਾਗ ਦੂਜਾ। ਆਪਣੇ ਸਰੀਰ ਨਾਲ ਨਿਆਂ ਕਰੋ, ਇਸ ਦੀਆਂ ਵਾਜਬ ਲੋੜਾਂ ਨੂੰ ਢੁਕਵੇਂ ਢੰਗ ਨਾਲ ਪੂਰੀਆਂ ਕਰੋ। ਇਸ ਦਾ ਇੱਕ ਚੰਗੇ ਮਾਲਕ ਵਾਂਗ ਧਿਆਨ ਰੱਖੋ। ਇਹ ਤੁਹਾਡਾ ਸਰੀਰ ਹੈ, ਇਹ ਤੁਹਾਡੀ ਸੇਵਾ ਕਰੇਗਾ। ਤਿਆਗ ਸ਼ਕਤੀਸ਼ਾਲੀ ਹੋਣ ਲਈ ਹੁੰਦਾ ਹੈ, ਛੁਟਕਾਰਾ ਪਾਉਣ ਲਈ ਨਹੀਂ। ਅਸੀਂ ਕਿਤਨੇ ਸੀਮਤ ਹਾਂ। ਕਸਰਤ ਕਰੋ, ਸਰੀਰ ਦੀ ਸੀਮਾ ਪਤਾ ਲੱਗ ਜਾਵੇਗੀ। ਕਿਸੇ ਸਮੱਸਿਆ ਬਾਰੇ ਸੋਚੋ, ਬੁੱਧੀ ਦੀ ਸੀਮਾ ਪਤਾ ਲੱਗ ਜਾਵੇਗੀ। ਸੇਵਾ ਕਰੋ, ਹਮਦਰਦੀ ਦੀ ਹੱਦ ਦਾ ਗਿਆਨ ਹੋ ਜਾਵੇਗਾ। ਕਲਪਨਾ ਕਰੋ, ਸੁਪਨੇ ਵੇਖੋ, ਵਿਉਂਤਾਂ ਬਣਾਓ, ਹਵਾਈ ਕਿਲੇ ਉਸਾਰੋ, ਕੋਈ ਸੀਮਾ ਨਹੀਂ। ਧਾਰਮਿਕ ਸਥਾਨ ਸਾਡੇ ਆਤਮਿਕ ਰੋਗਾਂ ਦੇ ਹਸਪਤਾਲ ਹੁੰਦੇ ਹਨ। ਕਈ ਇਸ ਲਈ ਪ੍ਰਸਿੱਧ ਹੋ ਜਾਂਦੇ ਹਨ ਕਿਉਂਕਿ ਉਹਨਾਂ ਦੀ ਪ੍ਰਸ਼ੰਸਾ ਕਿਸੇ ਬਹੁਤ ਪ੍ਰਸਿੱਧ ਵਿਅਕਤੀ ਨੇ ਕੀਤੀ ਹੁੰਦੀ ਹੈ। ਪੁਸਤਕਾਂ ਸ਼ਹਿਰਾਂ ਵਿੱਚ ਪੜ੍ਹੀਆਂ ਜਾਂਦੀਆਂ ਹਨ, ਪਿੰਡਾਂ ਵਿੱਚ ਪੋਥੀਆਂ ਅਤੇ ਕਿੱਸੇ ਪੜ੍ਹਨ ਦਾ ਰਿਵਾਜ ਹੈ। ਨਾਵਲੀ ਸੰਸਾਰ ਵਾਸਤਵਿਕ ਸੰਸਾਰ ਨਾਲੋਂ ਵਧੇਰੇ ਦਿਲਚਸਪ ਹੁੰਦਾ ਹੈ। ਆਪਣੇ ਤੋਂ ਕਿਤਨੇ ਕੁ ਵੱਖਰੇ ਬੰਦਿਆਂ ਨਾਲ ਤੁਸੀਂ ਵਿਚਰ ਸਕਦੇ ਹੋ, ਇਸ ਤੋਂ ਤੁਹਾਡੇ ਅਨੁਭਵ ਦੇ ਘੇਰੇ ਦਾ ਪਤਾ ਲੱਗੇਗਾ। ਸਾਡੇ ਪਿੰਡ ਪਰੰਪਰਾ ਦੇ ਅਜਾਇਬ ਘਰ ਹਨ। ਨਾਵਲ ਵਿੱਚ ਕਈ ਘਟਨਾਵਾਂ ਯਥਾਰਥਕ ਅਤੇ ਕਈ ਕਾਲਪਨਿਕ ਹੁੰਦੀਆਂ ਹਨ, ਪਰ ਬੁੱਝਣਾ ਸੰਭਵ ਨਹੀਂ ਹੁੰਦਾ ਕਿ ਕਿਹੜੀਆਂ ਘਟਨਾਵਾਂ ਕਿਹੜੀਆਂ ਹਨ। ਪੁਸਤਕਾਂ ਅਤੇ ਸੰਗੀਤ ਦੇ ਸ਼ੌਕੀਨ ਆਪਣੇ ਆਪ ਨੂੰ ਹੋਰਾਂ ਨਾਲੋਂ ਵੱਖਰਾ ਮਹਿਸੂਸ ਕਰਦੇ ਹਨ। ਉਹ ਹੋਰਾਂ ਨੂੰ ਆਪਣੇ ਤੋਂ ਭਾਵੇਂ ਨੀਵਾਂ ਤਾਂ ਨਹੀਂ ਸਮਝਦੇ, ਪਰ ਆਪਣੇ ਆਪ ਨੂੰ ਹੋਰਾਂ ਨਾਲੋਂ ਉੱਚਾ ਅਤੇ ਅਮੀਰ ਮਹਿਸੂਸ ਕਰਦੇ ਹਨ। ਜਦੋਂ ਕੋਈ ਕਾਰਜ ਚੌਥੀ ਪੰਜਵੀਂ ਵਾਰ ਕਰੋਗੇ, ਉਸ ਵਿੱਚੋਂ ਤੁਹਾਡਾ ਚਰਿੱਤਰ ਝਲਕੇਗਾ, ਕਿਉਂਕਿ ਚੌਥੀ ਪੰਜਵੀਂ ਵਾਰ ਯਤਨ ਚਰਿੱਤਰਵਾਨ ਹੀ ਕਰਦੇ ਹਨ। ਕਲਾਕਾਰ ਵੱਖਰੀ ਕਿਸਮ ਦਾ ਆਦਮੀ ਨਹੀਂ ਹੁੰਦਾ, ਹਰ ਆਦਮੀ ਵੱਖਰੀ ਕਿਸਮ ਦਾ ਕਲਾਕਾਰ ਹੁੰਦਾ ਹੈ। ਹੋਰਾਂ ਨੇ ਤਾਂ ਕੁਝ ਕਹਿਣਾ ਹੀ ਹੁੰਦਾ ਹੈ। ਪੈਸੇ ਕਮਾਏ ਹਨ, ਕਹਿਣਗੇ ਜ਼ਰੂਰ ਹੇਰਾ ਫੇਰੀ ਕੀਤੀ ਹੋਵੇਗੀ। ਜੇ ਆਪਣਾ ਕਮਾਇਆ ਪੈਸਾ ਸਾਂਭੋ, ਕਿਹਾ ਜਾਵੇਗਾ ਮੁੱਠੀ ਖੋਲ੍ਹਦਾ ਹੀ ਨਹੀਂ। ਨਾ ਕਮਾਓ, ਨਿਕੰਮਾ ਕਮਚੋਰ ਹੈ। ਘੱਟ ਕਮਾਓ, ਆਲਸੀ ਹੈ। ਕਿਸੇ ਤੇ ਨਿਰਭਰ ਹੋਵੋ, ਜੋਕ ਚਿਮੜੀ ਹੋਈ ਹੈ। ਪੈਸੇ ਜੋੜੋ, ਕੰਜੂਸ ਮੱਖੀ ਚੂਸ ਹੈ। ਜੇ ਸੋਚ ਸਮਝ ਕੇ ਖਰਚ ਕਰੋਗੇ ਤਾਂ ਕਹਿਣਗੇ ਬਾਣੀਆ ਹੈ। ਹੋਰਾਂ ਦੀ ਪਰਵਾਹ ਨਾ ਕਰੋ। ਆਪਣੇ ਸ਼ਰਮਸਾਰ ਹੋਣ ਦਾ ਬਦਲਾ ਲਓਗੇ, ਵਧੇਰੇ ਸ਼ਰਮਸਾਰ ਹੋਵੋਗੇ। ਅਨਪੜ੍ਹਾਂ ਦੇ ਦਿਲ ਵੱਡੇ ਹੁੰਦੇ ਹਨ। ਉਹ ਨਿੱਕੀਆਂ ਗਿਣਤੀਆਂ ਮਿਣਤੀਆਂ ਤੋਂ ਵਾਕਫ ਨਹੀਂ ਹੁੰਦੇ, ਜਿਸ ਕਾਰਨ ਉਹ ਸੰਕੀਰਣਤਾ ਤੋਂ ਬਚੇ ਰਹਿੰਦੇ ਹਨ। ਪੌੜੀਆਂ ਚੜ੍ਹਦਿਆਂ ਪਿੱਛੇ ਨਾ ਵੇਖੋ, ਡਿੱਗ ਪਓਗੇ। ਇਹ ਨੇਮ ਜ਼ਿੰਦਗੀ 'ਤੇ ਵੀ ਲਾਗੂ ਕਰਨ ਦੀ ਲੋੜ ਹੈ। ਪੈਸਾ ਜ਼ਿੰਦਗੀ ਨੂੰ ਸੌਖਾ ਕਰ ਦਿੰਦਾ ਹੈ, ਇਹ ਸਮੇਂ ਦੀ ਕੀਮਤ ਬਦਲ ਦਿੰਦਾ ਹੈ। ਇਸਤਰੀ ਸੰਸਾਰ ਨੂੰ ਹੀ ਨਹੀਂ ਬਦਲ ਰਹੀ, ਔਰਤ ਪ੍ਰਤੀ ਪੁਰਸ਼, ਸਮਾਜ ਅਤੇ ਸੰਸਾਰ ਦਾ ਦ੍ਰਿਸ਼ਟੀਕੋਣ ਵੀ ਬਦਲ ਰਹੀ ਹੈ। ਜੇ ਭਰਮ ਪਾਲਣ ਦੀ ਯੋਗਤਾ ਨਾ ਹੋਵੇ ਤਾਂ ਪਿਆਰ ਨਹੀਂ ਕੀਤਾ ਜਾ ਸਕਦਾ। ਇੱਛਾਵਾਂ ਦਾ ਕੋਈ ਅੰਤ ਨਹੀਂ। ਲੜਕੀ ਤੋਂ ਦੁਲਹਨ ਬਣ ਕੇ ਜਦੋਂ ਇਸਤਰੀ ਪਤਨੀ ਬਣ ਜਾਂਦੀ ਹੈ ਤਾਂ ਉਸ ਵਿੱਚ ਮਾਂ ਬਣਨ ਦੀ ਇੱਛਾ ਜਾਗ ਪੈਂਦੀ ਹੈ। ਬਜ਼ੁਰਗ ਦੀ ਸਿਹਤ ਹੀ ਉਸ ਦੀ ਪ੍ਰੇਮਿਕਾ ਹੁੰਦੀ ਹੈ। ਜਿਨ੍ਹਾਂ ਦੇ ਮਨ ਸੌੜੇ, ਉਹਨਾਂ ਦੇ ਮੂੰਹ ਖੁੱਲ੍ਹੇ। ਅਜੋਕੇ ਪ੍ਰੇਮੀ ਪ੍ਰੇਮਿਕਾ ਵਿੱਚ ਇੱਕ ਪੜਾਅ 'ਤੇ ਬਹਿਸ ਹੋਣ ਲੱਗ ਪੈਂਦੀ ਹੈ। ਜਦੋਂ ਬਹਿਸ ਵਿੱਚ ਪਹਿਲੀ ਉਂਗਲ ਖੜੀ ਹੋਣ ਲੱਗ ਪਏ ਤਾਂ ਫੈਸਲਾ ਹਾਂ ਜਾਂ ਨਾ ਹੋ ਰਿਹਾ ਹੁੰਦਾ ਹੈ। ਫੈਸਲਾ ਭਾਵੇਂ ਹਾਂ ਹੋਵੇ, ਬਹਿਸ ਕਾਰਨ ਅਰਥ ਨਾ ਹੀ ਹੁੰਦਾ ਹੈ। ਪ੍ਰੇਮ ਪੱਤਰ ਦੋ ਕਿਸਮ ਦੇ ਹੁੰਦੇ ਹਨ, ਸੋਹਣੇ ਫੁੱਲਾਂ ਵਾਲੇ ਰੰਗਦਾਰ ਸੁਗੰਧਿਤ ਕਾਗਜ਼ ਉੱਤੇ ਲਿਖੇ ਅਤੇ ਕਿਸੇ ਕਾਪੀ ਵਿੱਚੋਂ ਪਾੜੇ ਹੋਏ ਵਰਕੇ ਉੱਤੇ ਲਿਖੇ। ਕਾਪੀ ਵਾਲੇ ਕਾਗਜ਼ ਉਤਲਾ ਪ੍ਰੇਮ ਪੱਤਰ ਵਧੇਰੇ ਸੁਹਿਰਦ ਅਤੇ ਸੁਭਾਵਕ ਹੋਵੇਗਾ। ਰੰਗਦਾਰ ਕਾਗਜ਼ 'ਤੇ ਲਿਖੀਆਂ ਗੱਲਾਂ ਪਿਆਰ ਪ੍ਰਗਟਾਉਣ ਲਈ ਘੱਟ ਅਤੇ ਪ੍ਰਭਾਵ ਪਾਉਣ ਲਈ ਵਧੇਰੇ ਹੁੰਦੀਆਂ ਹਨ। ਵਿਆਹ ਤੋਂ ਪਹਿਲਾਂ ਜ਼ਿੰਦਗੀ ਦੀਆਂ ਦਰਜਨਾਂ ਸੜਕਾਂ ਹੁੰਦੀਆਂ ਹਨ, ਵਿਆਹ ਹੋਣ ਉਪਰੰਤ ਇੱਕ ਹੀ ਰਹਿ ਜਾਂਦੀ ਹੈ। ਕਈ ਵਾਰੀ ਅਸੀਂ ਨਹੀਂ ਬਦਲਦੇ, ਹਾਲਾਤ ਹੀ ਬਦਲ ਜਾਂਦੇ ਹਨ ਅਤੇ ਅਸੀਂ ਬਦਲੇ ਹੋਏ ਮਹਿਸੂਸ ਕਰਦੇ ਹਾਂ। ਰਿਸ਼ਤੇ ਜ਼ਿੰਦਗੀ ਨਾਲ ਨਹੀਂ ਚੱਲਦੇ, ਜ਼ਿੰਦਗੀ ਰਿਸ਼ਤਿਆਂ ਨਾਲ ਚੱਲਦੀ ਹੈ। ਸੋਚ ਵਿੱਚ ਆਈ ਮੋਚ ਕਦਮ ਅੱਗੇ ਨਹੀਂ ਪੁੱਟਣ ਦੇਵੇਗੀ। ਕਈ ਵਾਰੀ ਲੜਾਈ ਇਸ ਲਈ ਜਾਰੀ ਰੱਖੀ ਜਾਂਦੀ ਹੈ ਕਿਉਂਕਿ ਸਮਝੌਤਾ ਕਰਨਾ ਅਪਮਾਨ ਸਮਝਿਆ ਜਾਂਦਾ ਹੈ। ਪੁਰਾਣੇ ਜ਼ਮਾਨੇ ਵਿੱਚ ਖਰੀਦੇ ਗੁਲਾਮਾਂ ਦਾ ਨਾਂ ਮਾਲਕ ਰੱਖਦੇ ਸਨ। ਉਹਨਾਂ ਲਈ ਇਹ ਨਵੀਂ ਜ਼ਿੰਦਗੀ ਦਾ ਆਰੰਭ ਹੁੰਦਾ ਸੀ। ਕਈ ਸਮਾਜਾਂ ਵਿੱਚ ਹੁਣ ਵੀ ਵਿਆਹੀ ਇਸਤਰੀ ਦਾ ਸਹੁਰਾ ਪਰਿਵਾਰ ਨਵਾਂ ਨਾਂ ਰੱਖਦਾ ਹੈ।
ਯੂਰਪ ਦੇ ਬੋਰਡਿੰਗ ਸਕੂਲਾਂ ਵਿੱਚ ਹਰੇਕ ਬੱਚੇ ਨੂੰ ਜੇਬ ਖਰਚ ਵਾਸਤੇ ਜਮ੍ਹਾਂ ਕਰਵਾਈ ਫੀਸ ਵਿੱਚੋਂ ਇੱਕ ਨਿਸ਼ਚਿਤ ਰਾਸ਼ੀ ਸਕੂਲ ਵੱਲੋਂ ਮਿਲਦੀ ਹੈ। ਮਾਪੇ ਕੋਈ ਹੋਣ, ਉਹਨਾਂ ਦੇ ਵਸੀਲੇ ਭਾਵੇਂ ਕਿਤਨੇ ਹੋਣ, ਰਾਸ਼ੀ ਸਭ ਨੂੰ ਬਰਾਬਰ ਮਿਲਦੀ ਹੈ, ਕਿਉਂਕਿ ਉਦੇਸ਼ ਅਨੁਸ਼ਾਸਨ ਦੀ ਭਾਵਨਾ ਉਸਾਰਨਾ ਹੁੰਦਾ ਹੈ। ਸਿਕੰਦਰ ਤੋਂ ਪਹਿਲਾਂ ਯੂਨਾਨ ਵਿੱਚ ਸਾਰੇ ਪੁਰਸ਼ ਦਾੜ੍ਹੀ ਰੱਖਦੇ ਸਨ। ਇਸਲਾਮ ਵਿੱਚ ਸ਼ਰਅ ਬੜੀ ਕਰੜੀ ਹੈ। ਪ੍ਰਸ਼ੰਸਾ ਸ਼ਰਅ ਨਿਭਾਉਣ ਵਾਲਿਆਂ ਦੀ ਹੋਈ ਹੈ, ਪਰ ਪ੍ਰਸਿੱਧ ਸ਼ਰਅ ਤੋੜਨ ਵਾਲੇ ਸੂਫੀ ਹੋਏ ਹਨ। ਕਿਸੇ ਦੀ ਹਾਜ਼ਰੀ ਵਿੱਚ ਡਿਕਸ਼ਨਰੀ ਅਕਸਰ ਤਾਂ ਹੀ ਵੇਖੀ ਜਾਂਦੀ ਹੈ ਜਦੋਂ ਕਿਸੇ ਸ਼ਬਦ ਦੇ ਅਰਥਾਂ ਬਾਰੇ ਉਸ ਨੂੰ ਗਲਤ ਸਿੱਧ ਕਰਨਾ ਹੁੰਦਾ ਹੈ। ਸਖਤ ਮਿਹਨਤ ਚੰਗੀ ਗੱਲ ਹੈ, ਪਰ ਇਹ ਦਿਮਾਗ ਦਾ ਬਦਲ ਨਹੀਂ ਬਣਦੀ। ਨੀਗਰੋ ਨਸਲ ਵਿੱਚ ਜੇ ਕਿਸੇ ਦਾ ਰੰਗ ਕਣਕ ਵਰਨਾ ਹੋਵੇ ਤਾਂ ਉਸ ਨੂੰ ਬਾਦਸ਼ਾਹੀ ਖੂਨ ਵਾਲਾ ਕਹਿੰਦੇ ਹਨ। ਕਿਸੇ ਤਜਵੀਜ਼ ਨੂੰ ਹਾਂ ਅਕਸਰ ਉਸੇ ਵੇਲੇ ਕਹਿ ਦਿੱਤੀ ਜਾਂਦੀ ਹੈ, ਪਰ ਜੇ ਸੋਚਣ ਲਈ ਸਮਾਂ ਮੰਗਿਆ ਜਾਵੇ ਤਾਂ ਅਰਥ ਨਾ ਹੁੰਦਾ ਹੈ, ਕਿਉਂਕਿ ਨਾ ਨੂੰ ਤਰਕ ਸੰਗਤ ਅਤੇ ਢੁਕਵੀਂ ਬਣਾਉਣ ਲਈ ਸਮਾਂ ਚਾਹੀਦਾ ਹੁੰਦਾ ਹੈ। ਪਛਤਾਵੇ ਦਾ ਅਰਥ ਇਹ ਨਹੀਂ ਹੁੰਦਾ ਕਿ ਸਾਡੀ ਕਾਰਗੁਜ਼ਾਰੀ ਮਾੜੀ ਸੀ, ਇਹ ਹੁੰਦਾ ਹੈ ਕਿ ਸਾਡੀ ਕਾਰਗੁਜ਼ਾਰੀ ਬਿਹਤਰ ਹੋ ਸਕਦੀ ਸੀ। ਪਛਤਾਵਾ ਕਰਨਾ ਸਾਬਤ ਕਰਦਾ ਹੈ ਕਿ ਤੁਸੀਂ ਠੀਕ ਹੋ, ਤੰਦਰੁਸਤ ਹੋ। ਝੂਠ ਦੂਜਿਆਂ ਲਈ ਹੁੰਦਾ ਹੈ, ਆਪਣੇ ਆਪ ਨਾਲ ਝੂਠ ਬੋਲਣਾ ਸੰਭਵ ਨਹੀਂ ਹੁੰਦਾ। ਕਈ ਵਾਲ ਰੰਗ ਕੇ ਹੋਰਾਂ ਲਈ 40 ਦੇ ਬਣ ਜਾਂਦੇ ਹਨ, ਪਰ ਆਪਣੇ ਆਪ ਵਿੱਚ ਉਹ 60-70 ਦੇ ਹੀ ਰਹਿੰਦੇ ਹਨ। ਕਿਸੇ ਪ੍ਰਸਿੱਧ ਵਿਅਕਤੀ ਦਾ ਪਤਨੀ ਨਾਲ ਤੋੜ ਵਿਛੋੜਾ ਹੋਣ ਦੀ ਸੂਰਤ ਵਿੱਚ ਕਈ ਉਸ ਖਾਲੀ ਹੋਈ ਥਾਂ ਨੂੰ ਭਰਨ ਲਈ ਯਤਨਸ਼ੀਲ ਹੋ ਜਾਂਦੀਆਂ ਹਨ, ਕਿਉਂਕਿ ਉਹ ਸੋਚਦੀਆਂ ਹਨ ਕਿ ਪ੍ਰਸਿੱਧ ਵਿਅਕਤੀ ਨੂੰ ਇੱਕ ਚੰਗੀ ਪਤਨੀ ਦੀ ਲੋੜ ਹੈ। ਇਸਤਰੀ ਆਪਣੀਆਂ ਵੱਡੀਆਂ ਅਤੇ ਮਾਣਯੋਗ ਪ੍ਰਾਪਤੀਆਂ ਵਿੱਚ ਆਪਣੀ ਸੰਤਾਨ ਦੀ ਪਾਲਣਾ ਪੋਸ਼ਣਾ ਨੂੰ ਜ਼ਰੂਰ ਗਿਣਦੀ ਹੈ। ਹੋਰਾਂ ਦੀ ਮਦਦ ਕਰਦਿਆਂ ਸਾਨੂੰ ਆਪਣੀਆਂ ਕਈ ਸਮੱਸਿਆਵਾਂ ਅਤੇ ਮੁਸ਼ਕਲਾਂ ਦੇ ਹੱਲ ਸੁੱਝਦੇ ਹਨ। ਸਾਡੇ ਦੇਸ਼ ਦੇ ਆਗੂਆਂ ਦੇ ਕਥਨਾਂ ਵਿੱਚ ਉਪਦੇਸ਼ ਹੁੰਦਾ ਹੈ, ਸਿਆਣਪ ਨਹੀਂ। ਯੁੱਧ, ਹੜ੍ਹ, ਭੂਚਾਲ ਆਦਿ ਵਿੱਚ ਸਧਾਰਨ ਲੋਕ ਯੋਧੇ ਬਣ ਜਾਂਦੇ ਹਨ। ਜੇ ਲੋੜ ਨਾਲੋਂ ਵਧੇਰੇ ਆਰਾਮ ਕਰੋਗੇ, ਸਰੀਰ ਵਿਰੋਧ ਕਰੇਗਾ। ਇੱਕ ਇਸਤਰੀ ਹੋਰ ਔਰਤਾਂ ਨਾਲ ਬਰਾਬਰੀ ਕਰਨ ਵਾਸਤੇ ਆਪਣੀ ਨੌਕਰਾਣੀ ਦੀਆਂ ਗੱਲਾਂ ਕਰਿਆ ਕਰਦੀ ਸੀ, ਪਰ ਉਸ ਕੋਲ ਨੌਕਰਾਣੀ ਹੈ ਕੋਈ ਨਹੀਂ ਸੀ। ਜਦੋਂ ਸੈਰ ਸਪਾਟੇ ਲਈ ਦੂਰ ਜਾਣਾ ਹੋਵੇ ਤਾਂ ਦੂਰੀ ਸਾਨੂੰ ਆਪਣੇ ਮਹੱਤਵਪੂਰਨ ਹੋਣ ਦਾ ਅਹਿਸਾਸ ਕਰਾਉਂਦੀ ਹੈ। ਦੂਜੇ ਵਿਸ਼ਵ ਯੁੱਧ ਵਿੱਚ ਜਿਨ੍ਹਾਂ ਦੇਸ਼ਾਂ ਉੱਤੇ ਜਰਮਨੀ ਨੇ ਕਬਜ਼ਾ ਕੀਤਾ ਸੀ, ਉੱਥੋਂ ਦੇ ਲੋਕ ਨਵੇਂ ਲਤੀਫੇ ਘੜ ਕੇ ਸੁਣਾ ਕੇ ਹੱਸ ਕੇ ਪਾਗਲ ਹੋਣ ਤੋਂ ਬਚੇ ਸਨ। ਜਦੋਂ ਕੋਈ ਗੰਭੀਰ ਸਮੱਸਿਆ ਹੋਵੇ, ਅੱਖਾਂ ਬੰਦ ਕਰਕੇ ਸਥਿਰ ਹੋ ਕੇ 8-10 ਡੂੰਘੇ ਸਾਹ ਲਓ। ਦਿਮਾਗ ਨੂੰ ਵਧੇਰੇ ਆਕਸੀਜਨ ਮਿਲਣ ਕਾਰਨ ਤਾਕਤ ਵੱਧ ਜਾਵੇਗੀ ਅਤੇ ਸਮੱਸਿਆ ਗਠੜੀ ਵਾਂਗ ਖੁੱਲ੍ਹਣ ਲੱਗ ਜਾਵੇਗੀ। ਘਰ ਅੰਦਰ ਮਾਂ ਸਭ ਤੋਂ ਵੱਧ ਪ੍ਰਸੰਨ ਆਪਣੇ ਪ੍ਰਸੰਨ ਬੱਚੇ ਨਾਲ ਮੂਰਖਤਾ ਭਰੀਆਂ ਅਤੇ ਝੱਲੀਆਂ ਗੱਲਾਂ ਕਰਕੇ ਹੁੰਦੀ ਹੈ। ਚੰਗੀ ਕਿਤਾਬ ਨੂੰ ਦੁਬਾਰਾ ਪੜ੍ਹਨ ਨਾਲ ਨਵੇਂ ਅਰਥ ਮਿਲਣਗੇ, ਕਿਉਂਕਿ ਭਾਵੇਂ ਕਿਤਾਬ ਉਹੀ ਰਹਿੰਦੀ ਹੈ, ਪਰ ਪੜ੍ਹਨ ਵਾਲਾ ਵਿਕਾਸ ਕਰ ਗਿਆ ਹੁੰਦਾ ਹੈ। ਕੁੜੀਆਂ ਆਪਣੀ ਉਮਰ ਨਹੀਂ ਦੱਸਦੀਆਂ, ਮੁੰਡੇ ਉਹਨਾਂ ਦੀ ਉਮਰ ਬਾਰੇ ਅਨੁਮਾਨ ਲਾਉਂਦੇ ਹਨ। ਮੁੰਡਿਆਂ ਦੀ ਇਸ ਆਦਤ 'ਤੇ ਕੁੜੀਆਂ ਖੂਬ ਹੱਸਦੀਆਂ ਹਨ। ਕਈਆਂ ਦੀ ਆਵਾਜ਼ ਵਿੱਚ ਅਮੀਰੀ ਅਤੇ ਕਈਆਂ ਦੀ ਆਵਾਜ਼ ਵਿੱਚ ਰੋਹਬ ਹੁੰਦਾ ਹੈ। ਆਵਾਜ਼ ਤੋਂ ਵਿਅਕਤੀ ਬਾਰੇ ਭਰਪੂਰ ਜਾਣਕਾਰੀ ਮਿਲਦੀ ਹੈ। ਜੇ ਜੇਬ ਵਿੱਚ ਪੈਸੇ ਨਾ ਹੋਣ ਤਾਂ ਅਜੀਬ ਪ੍ਰਕਾਰ ਦੀ ਚਿੰਤਾ ਹੋਣ ਲੱਗ ਪੈਂਦੀ ਹੈ। ਦੱਸਿਆ ਨਹੀਂ ਜਾ ਸਕਦਾ ਕਿ ਇਹ ਚਿੰਤਾ ਕਿਹੋ ਜਿਹੀ ਹੁੰਦੀ ਹੈ, ਕਿਉਂਕਿ ਇਸ ਵਰਗੀ ਹੋਰ ਕੋਈ ਚਿੰਤਾ ਨਹੀਂ ਹੁੰਦੀ। ਕਹਾਣੀ ਸੁਣਾਉਣ ਵਾਲੇ ਦੇ ਬਦਲਣ ਨਾਲ ਕਹਾਣੀ ਵੀ ਬਦਲ ਜਾਂਦੀ ਹੈ। ਹੋਸਟਲ ਭਾਵੇਂ ਕੁੜੀਆਂ ਦਾ ਹੋਵੇ ਭਾਵੇਂ ਮੁੰਡਿਆਂ ਦਾ, ਹਰ ਕਿਸੇ ਨੂੰ ਹਰ ਕਿਸੇ ਦੇ ਕਾਰਨਾਮਿਆਂ ਅਤੇ ਕਰਤੂਤਾਂ ਦਾ ਪਤਾ ਹੁੰਦਾ ਹੈ। ਬੁਢਾਪੇ ਦੌਰਾਨ ਜਵਾਨੀ ਵਿੱਚ ਜੋ ਗੱਲਾਂ ਨਾ ਕਰਨ ਦਾ ਪਛਤਾਵਾ ਹੁੰਦਾ ਹੈ, ਉਹ ਗੱਲਾਂ ਜਵਾਨੀ ਵਿੱਚ ਸੁੱਝੀਆਂ ਹੀ ਨਹੀਂ ਹੁੰਦੀਆਂ। ਇੱਕ ਸਮੇਂ ਇੱਕ ਸਮੱਸਿਆ ਬਾਰੇ ਸੋਚਣ ਵਾਲਿਆਂ ਦਾ ਯੁੱਗ ਲੰਘ ਗਿਆ ਹੈ। ਪੂਰਨਮਾਸ਼ੀ ਦੀ ਰਾਤ ਨੂੰ ਇਕਾਂਤ ਵਿੱਚ ਪਿਆਰੇ ਨਾਲ ਬਹਿ ਕੇ ਚੰਨ ਵੇਖੋਗੇ, ਰੋਸ਼ਨੀ ਅਤੇ ਵਕਤ ਦੀ ਸੋਝੀ ਬਦਲ ਜਾਵੇਗੀ। ਕਿਸੇ ਨੂੰ ਚਾਹੁਣ ਅਤੇ ਪਸੰਦ ਕਰਨ ਅਤੇ ਜਾਣਨ ਵਿੱਚ ਅੰਤਰ ਹੁੰਦਾ ਹੈ। ਕਾਮ ਇੱਛਾ ਵਾਲੇ ਜੀਵ ਸਮੂਹਾਂ ਅਤੇ ਝੁੰਡਾਂ ਵਿੱਚ ਰਹਿੰਦੇ ਹਨ। ਜਿੱਥੇ ਦਾਦੇ ਦਾਦੀ ਨਾਨੀ ਨਾਨੇ ਦਾ ਸਤਿਕਾਰ ਹੁੰਦਾ ਹੈ, ਉੱਥੇ ਲੋਕ ਪਾਗਲ ਨਹੀਂ ਹੁੰਦੇ। ਉੱਥੇ ਢਹਿੰਦੀ ਕਲਾ ਨਹੀਂ ਹੁੰਦੀ। ਉੱਥੇ ਬੱਚੇ ਖੁਦਕੁਸ਼ੀ ਨਹੀਂ ਕਰਦੇ।
ਪੁਰਸ਼ ਵੱਲੋਂ ਸੋਹਣੀ ਕਹੇ ਜਾਣ 'ਤੇ ਇਸਤਰੀ ਆਪਣੀ ਗੱਲਬਾਤ ਵਿੱਚ ਵੀ ਸੁੰਦਰਤਾ ਲੈ ਆਉਂਦੀ ਹੈ। ਸੁੰਦਰਤਾ ਬਾਰੇ ਜੋ ਪੁਰਸ਼ ਦੀ ਕਲਪਨਾ ਵਿੱਚ ਹੁੰਦਾ ਹੈ ਉਹ ਇਸਤਰੀ ਦੇ ਵਿਹਾਰ ਵਿੱਚ ਆ ਜਾਂਦਾ ਹੈ। ਵਕਤ ਨਾਲ ਲੜਿਆ ਨਹੀਂ ਜਾ ਸਕਦਾ। ਸੌਖਿਆਂ ਮਿਲਿਆ ਕਰਜ਼ਾ ਝੱਟ ਖਰਚਿਆ ਜਾਂਦਾ ਹੈ। ਇਸ ਵਿੱਚੋਂ ਕੁਝ ਬਚਾਇਆ ਨਹੀਂ ਜਾਂਦਾ। ਜੇ ਬਚਾਉਣਾ ਆਉਂਦਾ ਹੁੰਦਾ ਤਾਂ ਕਰਜ਼ਾ ਲੈਣ ਦੀ ਲੋੜ ਨਹੀਂ ਸੀ ਪੈਣੀ। ਅਨਪੜ੍ਹਾਂ ਦਾ ਭਵਿੱਖ ਵਿੱਚ ਵਿਸ਼ਵਾਸ ਨਹੀਂ ਹੁੰਦਾ। ਇਸੇ ਲਈ ਇਹ ਅਤੀਤ ਦਾ ਗੁਣ ਗਾਇਨ ਕਰਦੇ ਹਨ, ਕਿਸਮਤ ਨੂੰ ਮੰਨਦੇ ਹਨ, ਬਰਸੀਆਂ ਸ਼ਤਾਬਦੀਆਂ ਮਨਾਉਂਦੇ ਹਨ, ਕੇਵਲ ਦੁਹਰਾਉਂਦੇ ਹਨ। ਲਗਭਗ 8 ਸਾਲ ਦੀ ਉਮਰ ਤੱਕ ਬੱਚਾ ਜਾਣ ਜਾਂਦਾ ਹੈ ਕਿ ਕਰਨਾ ਅਤੇ ਸੋਚਣਾ ਵੱਖ-ਵੱਖ ਕਾਰਜ ਹੁੰਦੇ ਹਨ। ਕਿਸੇ ਵਿਉਂਤ ਜਾਂ ਸੁਝਾਅ ਸੰਬੰਧੀ ਨਾ ਕਹਿਣੀ ਚਾਹੁੰਦੇ ਹੋ ਤਾਂ ਹਾਂ ਨਾ ਕਹੋ। ਕਹੋ ਸੋਚ ਕੇ ਦੱਸਾਂਗਾ। ਜੇ ਝਟਪਟ ਜਵਾਬ ਮੰਗਿਆ ਜਾਵੇ ਤਾਂ ਨਾ ਕਹੋ। ਦੋਸਤੀ ਦੇ ਨੇਮ ਕਿਧਰੇ ਵੀ ਪੁੱਛੇ ਦੱਸੇ ਸੁਣੇ ਨਹੀਂ ਜਾਂਦੇ। ਉਮਰ ਅਤੇ ਜ਼ਿੰਦਗੀ ਵਿੱਚ ਕੀ ਅੰਤਰ ਹੁੰਦਾ ਹੈ? ਜੋ ਆਪਣੇ ਤੱਕ ਸੀਮਿਤ ਹੋ ਕੇ ਗੁਜ਼ਾਰੀ ਜਾਵੇ ਉਹ ਉਮਰ ਹੁੰਦੀ ਹੈ। ਜੋ ਦੂਜਿਆਂ ਨਾਲ ਅਤੇ ਦੂਜਿਆਂ ਲਈ ਗੁਜ਼ਾਰੀ ਜਾਵੇ ਉਹ ਜ਼ਿੰਦਗੀ ਹੁੰਦੀ ਹੈ। ਜੇ ਧੀ ਪੁੱਤਰ ਨੇ ਉਚੇਰੀ ਪੜ੍ਹਾਈ ਕਰਨੀ ਹੈ ਤਾਂ ਉਸਦੀ ਕਾਰਗੁਜ਼ਾਰੀ ਸੁਧਾਰਨ ਲਈ ਜਿੱਥੋਂ ਤੱਕ ਹੋ ਸਕੇ ਉਸਨੂੰ ਵੱਖਰਾ ਕਮਰਾ ਦਿਓ। ਕਿਸੇ ਨੇ ਜਵਾਨੀ ਵਿੱਚ ਕਦੇ ਨਹੀਂ ਕਿਹਾ ਕਿ ਇਹ ਕੰਮ ਮੈਂ ਬੁਢਾਪੇ ਵਿੱਚ ਕਰਾਂਗਾ। ਖਾਣਾ ਖਾਂਦਿਆਂ ਪਤੀ ਅਚਾਰ ਮੰਗੇ ਤਾਂ ਸੰਕੇਤ ਹੈ ਕਿ ਖਾਣੇ ਵਿੱਚ ਜਾਨ ਨਹੀਂ। ਤੂੰ ਝੂਠ ਕਿਉਂ ਬੋਲਿਆ? ਮੈਨੂੰ ਝੂਠ ਬੋਲਣਾ ਚੰਗਾ ਲੱਗ ਰਿਹਾ ਸੀ। ਕੋਠੀ ਅਤੇ ਘਰ ਵਿੱਚ ਅੰਤਰ ਹੁੰਦਾ ਹੈ। ਕੋਠੀ ਉਸਨੂੰ ਕਹਿੰਦੇ ਹਨ ਜਿਸ ਦੀਆਂ ਕੰਧਾਂ ਕਿਸੇ ਹੋਰ ਘਰ ਦੀਆਂ ਕੰਧਾਂ ਨਾਲ ਜੁੜੀਆਂ ਨਾ ਹੋਣ। ਘਰ ਅਤੇ ਮਕਾਨ ਵਿੱਚ ਵੀ ਅੰਤਰ ਹੁੰਦਾ ਹੈ। ਮਕਾਨ ਵਿੱਚ ਤੁਸੀਂ ਰਹਿੰਦੇ ਹੀ ਹੋ, ਘਰ ਦੇ ਤੁਸੀਂ ਮਾਲਕ ਵੀ ਹੁੰਦੇ ਹੋ। ਇਸਤਰੀ ਦੀ ਆਵਾਜ਼ ਵਿੱਚ ਮਮਤਾ, ਹਮਦਰਦੀ ਅਤੇ ਧਰਵਾਸ ਹੁੰਦੀ ਹੈ ਜਿਸ ਨਾਲ ਰੋਗ ਅਤੇ ਤਣਾਅ ਦਬਾਅ ਦੂਰ ਹੋ ਜਾਂਦੇ ਹਨ। ਗਰੀਬ ਭਾਵਕ ਹੁੰਦੇ ਹਨ। ਉਹ ਘਰ ਪਰਿਵਾਰ ਨਾਲ ਵਧੇਰੇ ਜੁੜੇ ਹੁੰਦੇ ਹਨ ਅਤੇ ਇਹਨਾਂ ਨਾਲ ਵਧੇਰੇ ਜੁੜੇ ਹੋਣ ਕਰਕੇ ਉਹ ਬਹੁਤਾ ਵਿਕਾਸ ਨਹੀਂ ਕਰਦੇ। ਜੇ ਪਤੀ ਅਤੇ ਸਾਲੇ ਵਿਚਕਾਰ ਬਹਿਸ ਚੱਲ ਪਏ ਤਾਂ ਪਤਨੀ ਅਕਸਰ ਖਾਣ ਪੀਣ ਦਾ ਕੋਈ ਪ੍ਰਬੰਧ ਕਰਕੇ ਦਖਲ ਦਿੰਦੀ ਹੈ। ਕੌਣ ਠੀਕ ਹੈ? ਬਹਿਸ ਕਰਨ ਦਾ ਇਹ ਢੰਗ ਗਲਤ ਹੈ ਕਿ ਠੀਕ ਹੈ? ਗੱਲਬਾਤ ਦਾ ਇਹ ਢੰਗ ਸਹੀ ਹੈ। ਜ਼ਰੂਰੀ ਨਹੀਂ ਕਿ ਸਾਡੀ ਹਰ ਗੱਲ ਸਹੀ ਹੋਵੇ। ਜ਼ਰੂਰੀ ਨਹੀਂ ਕਿ ਦੂਜਿਆਂ ਦੀ ਹਰੇਕ ਗੱਲ ਗਲਤ ਹੋਵੇ। ਅਜੋਕੇ ਯੁੱਗ ਦਾ ਸਭ ਤੋਂ ਵੱਡਾ ਸ਼ੌਂਕ ਆਰਜੀ ਇਸ਼ਕ ਹੈ। ਦੋਵੇਂ ਧਿਰਾਂ ਪ੍ਰਸੰਨ, ਨੁਕਸਾਨ ਕਿਸੇ ਨੂੰ ਨਹੀਂ। ਮੱਧਕਾਲ ਵਿੱਚ ਐਨਕਾਂ ਕੇਵਲ ਪਾਦਰੀ ਵਰਤਦੇ ਸਨ ਕਿਉਂਕਿ ਉਹਨਾਂ ਨੇ ਗਿਰਜੇ ਵਿੱਚ ਬਾਈਬਲ ਪੜ੍ਹਨੀ ਹੁੰਦੀ ਸੀ। ਇਮਤਿਹਾਨਾਂ ਵਿੱਚ ਲੜਕੀਆਂ ਵੱਲੋਂ ਵਧੇਰੇ ਨੰਬਰ ਲੈਣ ਦਾ ਕਾਰਨ ਇਹ ਹੁੰਦਾ ਹੈ ਕਿ ਉਹ ਪ੍ਰੀਖਿਆ ਨੂੰ ਵਧੇਰੇ ਗੰਭੀਰਤਾ ਨਾਲ ਲੈਂਦੀਆਂ ਹਨ। ਉਹ ਜ਼ਿੰਦਗੀ ਦੀ ਹਰੇਕ ਪ੍ਰੀਖਿਆ ਨੂੰ ਗੰਭੀਰਤਾ ਨਾਲ ਲੈਂਦੀਆਂ ਹਨ। ਬੱਚੇ ਨੂੰ ਇਹ ਪੁੱਛਣ ਨਾਲੋਂ ਕਿ ਤੂੰ ਵੱਡਾ ਹੋ ਕੇ ਕੀ ਬਣੇਗਾ, ਪੁੱਛੋ ਤੂੰ ਹੁਣ ਕੀ ਲੈਣਾ ਚਾਹੁੰਦਾ ਹੈ। ਉੱਤਰ ਵਧੇਰੇ ਸਪਸ਼ਟ ਹੋਵੇਗਾ। ਧਿਆਨ ਉਹਨਾਂ ਵੱਲ ਵੀ ਦੇਣ ਦੀ ਲੋੜ ਹੁੰਦੀ ਹੈ ਜਿਹੜੇ ਸਾਡੇ ਵਿਚਾਰਾਂ ਦੀ ਪਰਿਕਰਮਾ ਤੋਂ ਬਾਹਰ ਹੁੰਦੇ ਹਨ। ਕਈ ਮੰਗੀ ਹੋਈ ਚੀਜ਼ ਨੂੰ ਇਹ ਸੋਚ ਕੇ ਵਾਪਸ ਨਹੀਂ ਕਰਦੇ ਕਿ ਜਦੋਂ ਮਾਲਕਾਂ ਨੂੰ ਲੋੜ ਪਏਗੀ ਦੇ ਦਿਆਂਗੇ। ਆਪਣੇ ਵਿਹਾਰ ਨਾਲ ਪਤਨੀ ਪਤੀ ਨੂੰ ਸੰਕੇਤ ਦਿੰਦੀ ਰਹਿੰਦੀ ਹੈ ਕਿ ਉਸਨੇ ਵਿਆਹ ਤੋਂ ਪਹਿਲਾਂ ਕਿਸ ਪ੍ਰਕਾਰ ਦੇ ਪਤੀ ਦੀ ਕਲਪਨਾ ਕੀਤੀ ਸੀ। ਸ਼ਕਤੀਸ਼ਾਲੀ ਬੰਦਿਆਂ ਦੇ ਆਲੇ ਦੁਆਲੇ ਰਹੱਸ ਹੁੰਦਾ ਹੈ। ਮਾਓ, ਹਿਟਲਰ ਆਦਿ ਦੀਆਂ ਪਤਨੀਆਂ ਵੀ ਆਪਣੇ ਪਤੀਆਂ ਨੂੰ ਨਹੀਂ ਸਨ ਸਮਝ ਸਕੀਆਂ। ਇੱਕ ਦੋਸਤ ਨੇ ਗੁੱਸੇ ਵਿੱਚ ਦੂਜੇ ਨੂੰ ਕਿਹਾ, ਮੈਂ ਤੇਰਾ ਕਤਲ ਕਰ ਦੇਵਾਂਗਾ। ਦੂਜੇ ਨੇ ਜਾਣਨ ਲਈ ਪੁੱਛਿਆ, ਪਰ ਇਸ ਨਾਲ ਸਾਡੀ ਦੋਸਤੀ 'ਤੇ ਕੋਈ ਮਾੜਾ ਅਸਰ ਤਾਂ ਨਹੀਂ ਪਏਗਾ? ਪ੍ਰੇਮੀ ਨੇ ਪ੍ਰੇਮਿਕਾ ਨੂੰ ਕਿਹਾ, ਆਪਣੇ ਮੇਰੇ ਪਿਆਰ ਬਾਰੇ ਕਿਸੇ ਨੂੰ ਨਾ ਦੱਸੀ। ਪ੍ਰੇਮਿਕਾ ਨੇ ਜਵਾਬ ਦਿੱਤਾ, ਇੱਕ ਸਹੇਲੀ ਨੂੰ ਤਾਂ ਜ਼ਰੂਰ ਦੱਸਾਂਗੀ ਕਿਉਂਕਿ ਉਹ ਕਿਹਾ ਕਰਦੀ ਹੈ ਕਿ ਤੈਨੂੰ ਤਾਂ ਕੋਈ ਪਾਗਲ ਹੀ ਪਿਆਰ ਕਰੇਗਾ। ਜਿਨ੍ਹਾਂ ਨੂੰ ਹਰ ਗੱਲ ਵਿੱਚ ਕੰਘੀ ਫੇਰਨ ਦੀ ਆਦਤ ਹੁੰਦੀ ਹੈ ਉਹ ਕਈ ਮੌਕੇ ਇਸ ਆਦਤ ਕਾਰਨ ਹੀ ਗੁਆ ਦਿੰਦੇ ਹਨ। ਜਿਹੜੇ ਸਾਨੂੰ ਚੰਗੇ ਲੱਗਦੇ ਹਨ ਉਹਨਾਂ ਕੋਲ ਕੁਝ ਨਾ ਕੁਝ ਹੋਰਾਂ ਨਾਲੋਂ ਵੱਧ ਹੁੰਦਾ ਹੈ। ਉਹ ਇਸ ਵਾਧੇ ਕਾਰਨ ਹੋਰਾਂ ਨਾਲੋਂ ਵੱਖਰੇ ਹੁੰਦੇ ਹਨ। ਵੱਖਰੇ ਹੋਣ ਕਰਕੇ ਉਹ ਸਾਡੇ ਲਈ ਵਿਸ਼ੇਸ਼ ਹੋ ਜਾਂਦੇ ਹਨ। ਜੀਵਨ ਸਾਥੀ ਚੁਣਨ ਵੇਲੇ ਜਿਹੜੀਆਂ ਯੋਗਤਾਵਾਂ ਵੇਖੀਆਂ ਜਾਂਦੀਆਂ ਹਨ ਉਹ ਹਨ ਸ਼ਕਲ, ਅਕਲ, ਸਾਧਨ। ਫਿਲਮ ਬਣਾਉਣੀ ਔਖਾ ਕੰਮ ਨਹੀਂ ਹੁੰਦਾ। ਸਫਲ ਫਿਲਮ ਬਣਾਉਣੀ, ਕਮਾਈ ਕਰਨ ਵਾਲੀ ਫਿਲਮ ਬਣਾਉਣੀ ਬੜਾ ਔਖਾ ਕੰਮ ਹੁੰਦਾ ਹੈ।
ਜਦੋਂ ਕੋਈ ਸੰਤ ਅਮੀਰਾਂ ਦਾ ਦੋਸਤ ਬਣ ਜਾਂਦਾ ਹੈ ਤਾਂ ਉਹ ਦੁੱਗਣਾ ਭ੍ਰਿਸ਼ਟ ਹੋ ਜਾਂਦਾ ਹੈ, ਸੰਤ ਵਜੋਂ ਵੀ ਅਤੇ ਅਮੀਰਾਂ ਦੇ ਦੋਸਤ ਵਜੋਂ ਵੀ। ਬੁੱਤ ਬਣਾਉਣ ਲਾਉਣ ਦੀ ਕਲਾ ਉਪਜੀ ਆਤਮਾ ਦੇ ਅਮਰ ਹੋਣ ਦੇ ਸੰਕਲਪ ਵਿੱਚੋਂ ਸੀ, ਪਰ ਇਹ ਵਰਤੀ ਸਰੀਰ ਨੂੰ ਅਮਰ ਕਰਨ ਵਿੱਚ ਗਈ ਹੈ। ਪੁੱਤਰ ਦੇ ਆਪਣੀ ਮਰਜ਼ੀ ਨਾਲ ਵਿਆਹ ਕਰਨ 'ਤੇ ਮਾਂ ਕਹਿੰਦੀ ਹੈ, ਐਵੇਂ ਹੀ ਕੂੜੇ ਦੇ ਢੇਰ 'ਤੇ ਡਿੱਗ ਪਿਆ ਹੈ। ਹਜ਼ਾਰਾਂ ਹਨ ਜਿਹੜੇ ਸ਼ਹਿਰਾਂ ਵਿੱਚ ਪੇਂਡੂਆਂ ਵਾਂਗ ਰਹਿੰਦੇ ਹਨ। ਆਗੂ ਦੀ ਲੋੜ ਪਰਿਵਰਤਨ ਲਿਆਉਣ ਲਈ ਪੈਂਦੀ ਹੈ। ਜੇ ਆਗੂ ਤੋਂ ਬਿਨਾਂ ਪਰਿਵਰਤਨ ਵਾਪਰੇ ਤਾਂ ਉਹ ਪਰਿਵਰਤਨ ਮੁੜ ਪਰੰਪਰਾ ਵੱਲ ਮੁੜ ਜਾਂਦਾ ਹੈ। ਵਿਅਕਤੀਆਂ ਦੇ ਅਸੂਲ ਹੁੰਦੇ ਹਨ, ਸੰਸਥਾਵਾਂ ਦੇ ਨਿਯਮ ਹੁੰਦੇ ਹਨ, ਹਕੂਮਤਾਂ ਦੇ ਕਾਨੂੰਨ ਹੁੰਦੇ ਹਨ। ਸਜ਼ਾ ਕਾਨੂੰਨ ਤੋੜਨ ਦੀ ਮਿਲਦੀ ਹੈ, ਨਿਯਮ ਤੋੜਨ ਦੀ ਨਿੰਦਾ ਹੁੰਦੀ ਹੈ, ਅਸੂਲ ਟੁੱਟਣ ਦਾ ਸੰਤਾਪ ਹੁੰਦਾ ਹੈ। ਯੂਰਪ ਅਤੇ ਅਮਰੀਕਾ ਦੀਆਂ ਇਸਤਰੀਆਂ ਆਜ਼ਾਦ ਹੀ ਨਹੀਂ, ਉਹ ਆਪਣੇ ਆਪ ਨੂੰ ਪੁਰਸ਼ਾਂ ਨਾਲੋਂ ਉਚੇਰਾ ਵੀ ਸਮਝਦੀਆਂ ਹਨ। ਜਿਸ ਪੰਛੀ ਦੇ ਪਰ ਵਧੇਰੇ ਰੰਗੀਨ ਅਤੇ ਜਿਸ ਦੀ ਆਵਾਜ਼ ਦੂਰ ਤੱਕ ਜਾਂਦੀ ਹੈ, ਉਸ ਨੂੰ ਆਪਣਾ ਸਾਥਣ ਲੱਭਣ ਵਿੱਚ ਵਧੇਰੇ ਸੌਖ ਅਤੇ ਸਹੂਲਤ ਹੁੰਦੀ ਹੈ। ਘਰ ਕਿਹੋ ਜਿਹਾ ਵੀ ਹੋਵੇ, ਸਫਾਈ ਨਾਲ, ਸੋਹਣਾ ਅਤੇ ਸਲੀਕੇ ਵਾਲੇ ਪ੍ਰਬੰਧ ਨਾਲ ਸੁਖਦਾਈ ਬਣਾਇਆ ਜਾ ਸਕਦਾ ਹੈ। ਜਦੋਂ ਸੁਕਰਾਤ ਤੁਰਦਾ ਸੀ, ਸੁਣਨ ਵਾਲਿਆਂ ਦੀ ਭੀੜ ਨਾਲ ਤੁਰਦੀ ਸੀ। ਯੂਰਪ ਵਿੱਚ ਜਿਹੜਾ ਵਿਦਿਆਰਥੀ ਲਾਤੀਨੀ ਅਤੇ ਯੂਨਾਨੀ ਭਾਸ਼ਾਵਾਂ ਸਿੱਖ ਜਾਂਦਾ ਹੈ, ਉਹ ਵਿਦਵਾਨ ਹੋ ਨਿਬੜਦਾ ਹੈ। ਉਸ ਲਈ ਕੋਈ ਕੰਮ ਮੁਸ਼ਕਲ ਨਹੀਂ ਰਹਿੰਦਾ। ਜੇ ਜ਼ਿੰਦਗੀ ਵਿੱਚ ਕੋਈ ਆਪ ਸਫਲ ਨਾ ਹੋਇਆ ਹੋਵੇ ਤਾਂ ਦੋਸਤਾਂ, ਮਿੱਤਰਾਂ, ਭਰਾਵਾਂ ਦੀ ਵੀ ਸਫਲਤਾ ਬਰਦਾਸ਼ਤ ਕਰਨੀ ਸੌਖੀ ਨਹੀਂ ਹੁੰਦੀ। ਤੂੰ ਮੇਰੀ ਖਾਜ ਕਰ, ਮੈਂ ਤੇਰੀ ਕਰਾਂਗੀ, ਇਹ ਨਜਾਇਜ਼ ਰਿਸ਼ਤਾ ਹੈ। ਇੱਕੋ ਵੇਲੇ ਇੱਕ ਤੋਂ ਵਧੇਰੇ ਨਾਲ ਸੰਬੰਧ ਪ੍ਰਾਪਤੀ ਨਹੀਂ ਹੁੰਦੇ, ਪਰੇਸ਼ਾਨੀ ਹੁੰਦੇ ਹਨ। ਉਦਾਸੀ ਦੀ ਕਿਸਮ। ਇੱਕ ਬਜ਼ੁਰਗ ਨੇ ਦਹਾਕਿਆਂ ਤੋਂ ਬੰਦ ਅਲਮਾਰੀ ਖੋਲ੍ਹੀ। ਉਸ ਵਿੱਚ ਖਿਡੌਣੇ ਪਏ ਸਨ ਜਿਹੜੇ ਬਚਪਨ ਵਿੱਚ ਉਸ ਲਈ ਲਿਆਂਦੇ ਗਏ ਸਨ, ਪਰ ਮਹਿੰਗੇ ਹੋਣ ਕਰਕੇ ਖੇਡਣ ਲਈ ਦਿੱਤੇ ਨਹੀਂ ਸਨ ਗਏ। ਗਲੀਲੀਓ ਵਾਂਗ ਕਈ ਵਕਤ ਤੋਂ ਪਹਿਲਾਂ ਹੀ ਜੰਮ ਪੈਂਦੇ ਹਨ। ਸੋਹਣੀ ਇਸਤਰੀ ਦੀ ਜੇ ਤੁਸੀਂ ਗੁੱਝੀ ਗੱਲ ਨਾ ਸਮਝੋ ਤਾਂ ਉਹ ਤੁਹਾਨੂੰ ਬੇਵਕੂਫ ਭਾਵੇਂ ਨਾ ਕਹੇ, ਪਰ ਤੁਹਾਨੂੰ ਸਿਆਣਾ ਨਹੀਂ ਸਮਝੇਗੀ। ਜਦੋਂ ਪ੍ਰੇਮਿਕਾ ਆਉਣ ਦੇ ਵਾਅਦੇ ਕਰੇ ਪਰ ਆਵੇ ਨਾ, ਤਾਂ ਪ੍ਰੇਮੀ ਆਪਣੇ ਪਿਆਰ ਨੂੰ ਰੂਹਾਨੀ ਪਿਆਰ ਕਹਿਣ ਲੱਗ ਪੈਂਦਾ ਹੈ। ਜਿੱਤੀ ਹੋਈ ਚੀਜ਼ ਖਰੀਦੀ ਹੋਈ ਚੀਜ਼ ਨਾਲੋਂ ਵਧੇਰੇ ਮੁੱਲਵਾਨ ਹੁੰਦੀ ਹੈ। ਹਰੇਕ ਸਮਾਜ ਆਪਣੀ ਪੁਲਿਸ ਜਿਤਨਾ ਇਮਾਨਦਾਰ ਬੇਈਮਾਨ ਹੁੰਦਾ ਹੈ। ਯੂਰਪ ਦੇ ਕਈ ਸੱਭਿਆਚਾਰਾਂ ਵਿੱਚ ਕੁਝ ਦਰੱਖਤ ਪਵਿੱਤਰ ਮੰਨੇ ਜਾਂਦੇ ਹਨ, ਜਿਨ੍ਹਾਂ ਦੇ ਥੱਲੇ ਖਲੋ ਕੇ ਪ੍ਰੇਮੀ ਪ੍ਰੇਮਿਕਾ ਇੱਕ ਦੂਜੇ ਨੂੰ ਪਹਿਲੀ ਵਾਰ ਚੁੰਮਦੇ ਸਨ। ਜੇ ਰੱਬ ਨੇ ਸਾਡੇ ਸ਼ਰੀਕਾਂ ਦੀ ਮੰਨੀ ਹੁੰਦੀ ਤਾਂ ਅਸੀਂ ਜੰਮਣਾ ਹੀ ਨਹੀਂ ਸੀ। ਬਜ਼ੁਰਗਾਂ ਦੇ ਹੱਥ ਅਰਦਾਸ ਵਿੱਚ ਜੁੜੇ ਸੋਹਣੇ ਲੱਗਦੇ ਹਨ, ਜਵਾਨਾਂ ਦੇ ਹੱਥ ਕਾਰਜ ਕਰਨ ਲਈ ਹੁੰਦੇ ਹਨ, ਅਰਦਾਸ ਵਿੱਚ ਜੁੜੇ ਇਹ ਜੱਚਦੇ ਨਹੀਂ। ਜਿਵੇਂ ਅਤੇ ਜਿਹੋ ਜਿਹੀਆਂ ਕਾਢਾਂ ਨਿਕਲ ਰਹੀਆਂ ਹਨ, ਉਵੇਂ ਕਦੇ ਨਾ ਕਦੇ ਚੱਲੀ ਹੋਈ ਗੋਲੀ ਬੰਦੂਕ ਵਿੱਚ ਵਾਪਸ ਲਿਆਉਣੀ ਸੰਭਵ ਹੋ ਜਾਵੇਗੀ। ਵਿਰਲਾਪ ਨਹੀਂ ਕਰਨਾ ਕਿ ਸਾਡਾ ਪਿਤਾ ਚਲਾਣਾ ਕਰ ਗਿਆ ਹੈ, ਮਾਣ ਭਰਿਆ ਸ਼ੁਕਰਾਨਾ ਕਰਨਾ ਹੈ ਕਿ ਉਹ ਸਾਡਾ ਪਿਤਾ ਸੀ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।